ਸਤਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦੇ ਤਖਤ ਦੇ ਉੱਪਰ ਬੈਠਦਾ ਹੈ 1719 ਈਸਵੀ ਦੇ ਵਿੱਚ। ਉਸ ਸਮੇਂ ਦੇ ਦੌਰਾਨ ਸਿੱਖ ਹਨ ਆਪਣੇ ਘਰਾਂ ਦੇ ਵੱਲ ਵਾਪਸ ਮੁੜ ਆਉਂਦੇ ਹਨ, ਆਪਣੇ ਘਰਾਂ ਦੀ ਮੁਰੰਮਤ ਕਰਦੇ ਹਨ, ਖੇਤੀਬਾੜੀ ਕਰਨੀ ਆਰੰਭ ਕਰ ਦਿੰਦੇ ਹਨ। 1726 ਈਸਵੀ ਦੇ ਵਿੱਚ ਇੱਕ ਘਟਨਾ ਘਟਦੀ ਹੈ। ਜੋ ਪੱਟੀ ਦਾ ਚੌਧਰੀ ਹੈ ਸਾਹਿਬ ਰਾਏ, ਉਹ ਆਪਣੇ ਘੋੜਿਆਂ ਨੂੰ ਖੁੱਲ੍ਹੇ ਛੱਡ ਦਿੰਦਾ ਹੈ ਚਰਨ ਦੇ ਲਈ। ਉਹ ਘੋੜੇ ਸਿੱਖਾਂ ਦੀ ਫਸਲ ਦਾ ਨੁਕਸਾਨ ਕਰਦੇ ਹਨ। ਸਿੱਖਾਂ ਦੇ ਕਹਿਣ ਦੇ ਬਾਵਜੂਦ ਉਹ ਆਪਣੇ ਘੋੜਿਆਂ ਨੂੰ ਬੰਨ੍ਹ ਕੇ ਨਹੀਂ ਰੱਖਦਾ, ਕੰਟਰੋਲ ਨਹੀਂ ਕਰਦਾ, ਜਿਸ ਕਰਕੇ ਸਿੱਖ ਉਸ ਦੇ ਘੋੜਿਆਂ ਨੂੰ ਫੜ ਕੇ ਉਹਨਾਂ ਨੂੰ ਵੇਚ ਦਿੰਦੇ ਹਨ ਅਤੇ ਜੋ ਰੁਪਈਆ ਕਮਾਇਆ ਹੈ ਉਹ ਲੰਗਰਾਂ ਦੇ ਵਿੱਚ ਸੇਵਾ ਦੇ ਵਿੱਚ ਪਾ ਦਿੱਤਾ ਜਾਂਦਾ। ਉਸ ਤੋਂ ਬਾਅਦ ਸਾਹਿਬ ਰਾਏ ਫੌਜਦਾਰ ਦੇ ਕੋਲ ਜਾਂਦਾ ਹੈ ਸ਼ਿਕਾਇਤ ਲੈ ਕੇ। ਫੌਜਦਾਰ ਆਪਣੀ ਫੌਜ ਭੇਜਦਾ, ਭਤੀਜੇ ਨੂੰ ਭੇਜਦਾ। ਉਹ ਭਤੀਜਾ ਸਿੱਖਾਂ ਦੇ ਹੱਥੋਂ ਮਾਰਿਆ ਜਾਂਦਾ। ਬਾਅਦ ਦੇ ਵਿੱਚ ਦਿੱਲੀ ਲਾਹੌਰ ਦਾ ਜਾਂ ਉਸ ਇਲਾਕੇ ਦਾ ਜੋ ਫੌਜਦਾਰ ਹੈ, ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਬਾਅਦ ਦੇ ਵਿੱਚ ਮੋਮਨ ਖਾਨ ਅਤੇ ਤੱਕੀ ਖਾਨ, ਇਹਨਾਂ ਦੋ ਜਰਨੈਲਾਂ ਨੂੰ ਲੈ ਕੇ ਦੁਬਾਰੇ ਹਮਲਾ ਕਰਦਾ। ਵਾਂ ਪਿੰਡ ਦੇ ਵਿੱਚ ਜੋ ਤਾਰਾ ਸਿੰਘ ਨੇ ਵਾੜਾ ਬਣਾਇਆ ਹੋਇਆ ਆਪਣੀ ਜ਼ਮੀਨ ਦੇ ਉੱਪਰ, ਉਸ ਜਗ੍ਹਾ 'ਤੇ ਇੱਕ ਜੰਗ ਹੁੰਦੀ ਹੈ। ਇਸ ਜੰਗ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਸ਼ਹਾਦਤ ਪ੍ਰਾਪਤ ਕਰਦਾ। 40 ਕੁ ਸਿੱਖ ਹੋਰ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ। ਇੱਥੋਂ ਤੱਕ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ।
ਅਗਲੇ ਇਤਿਹਾਸ ਦੀ ਲੜੀ ਵਿਚਾਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਮਤ ਹਰ ਪੁੱਛੈ ਕੌਣ ਹੈ, ਪਰੇ ਹਮਾਰੇ ਬਾਰ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਸ਼ਬਦ ਦਰਜ ਹਨ, ਇਤਿਹਾਸ ਇਹਨਾਂ ਦੀ ਵਿਆਖਿਆ ਕਰਦਾ ਹੈ। ਆਪਾਂ ਪਿਛਲੇਰੇ ਦਿਨਾਂ ਤੋਂ ਵਿਚਾਰ ਰਹੇ ਹਾਂ, ਜੋ ਗੁਰੂ ਦੇ ਸਿੱਖ ਹਨ ਉਹ ਕਿੰਨੀ ਚੜ੍ਹਦੀ ਕਲਾ ਦੇ ਨਾਲ, ਸ਼ਿੱਦਤ ਦੇ ਨਾਲ ਸੰਘਰਸ਼ ਕਰ ਰਹੇ ਹਨ, ਸਿੱਖੀ ਨੂੰ ਕਮਾ ਰਹੇ ਹਨ, ਸਿੱਖੀ ਤੋਂ ਮੁਨਕਰ ਨਹੀਂ ਹੋ ਰਹੇ, ਸਿੱਖੀ ਸਿਧਾਂਤਾਂ ਦੀ ਖਾਤਰ ਆਪਣਾ ਆਪ ਤੱਕ ਕੁਰਬਾਨ ਕਰ ਰਹੇ ਹੈ, ਸ਼ਹਾਦਤਾਂ ਪ੍ਰਾਪਤ ਕਰ ਰਹੇ ਹਨ। 1726 ਈਸਵੀ ਦੇ ਵਿੱਚ ਇਹ ਘਟਨਾ ਘਟਦੀ ਹੈ, ਇੱਕ ਜੰਗ ਹੁੰਦੀ ਹੈ। ਮੈਂ ਇਹ ਵੀ ਬੇਨਤੀ ਕਰਦਾ ਜਾਵਾਂ, 1713 ਈਸਵੀ ਤੋਂ ਲੈ ਕੇ 1726 ਈਸਵੀ ਤੱਕ ਲਾਹੌਰ ਦਾ ਜੋ ਸੂਬੇਦਾਰ ਹੈ ਉਹ ਅਬਦੁਲ ਸਮਦ ਖਾਨ ਹੈ। ਇਸ ਨੇ ਦਿੱਲੀ ਦੇ ਬਾਦਸ਼ਾਹ ਦੇ ਨਾਲ ਰਲ ਕੇ ਬਹੁਤ ਸਿੱਖਾਂ ਦੇ ਉੱਪਰ ਕਹਿਰ ਢਾਇਆ, ਲੇਕਿਨ 1726 ਈਸਵੀ ਦੇ ਵਿੱਚ ਅਬਦੁਲ ਸਮਦ ਖਾਨ ਨੂੰ ਮੁਲਤਾਨ ਦਾ ਗਵਰਨਰ ਬਣਾ ਦਿੱਤਾ ਅਤੇ ਇਸ ਦਾ ਜੋ ਪੁੱਤਰ ਹੈ ਜ਼ਕਰੀਆ ਖਾਨ, ਇਸ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ। 1726 ਈਸਵੀ ਤੋਂ ਲੈ ਕੇ 1745 ਈਸਵੀ ਤੱਕ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਰਹੇਗਾ। ਇਸ ਨੇ ਵੀ ਬਹੁਤ ਜ਼ਿਆਦਾ ਸਿੱਖਾਂ ਦੇ ਉੱਪਰ ਤਸੱਦਦ ਕੀਤਾ, ਤਸੀਹੇ ਦਿੱਤੇ ਹੈ, ਸਿੱਖਾਂ ਨੂੰ ਸ਼ਹੀਦ ਕੀਤਾ। ਇਸ ਵਿਅਕਤੀ ਨੇ ਕੀ ਕੀਤਾ ਹੋਇਆ ਹੈ, ਜ਼ਕਰੀਆ ਖਾਨ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ, ਇਸ ਨੇ ਮੁਹੰਮਦ ਸ਼ਾਹ ਰੰਗੀਲੇ ਦੇ ਨਾਲ ਰਲ ਕੇ, ਜੋ ਦਿੱਲੀ ਦਾ ਬਾਦਸ਼ਾਹ ਹੈ, ਇੱਕ ਆਪਣੇ ਵੱਲੋਂ ਫੌਜ ਬਣਾਈ, 20,000 ਬੰਦੇ ਦੀ ਫੌਜ ਬਣਾਈ। 10,000 ਬੰਦਾ ਇਸ ਨੇ ਆਪਣੇ ਕੋਲ ਰੱਖਿਆ ਤੇ 10,000 ਫੌਜ ਦਾ ਬੰਦਾ ਇਹਨੇ ਪਿੰਡਾਂ ਦੇ ਵਿੱਚ ਭੇਜਿਆ। ਜਿੱਥੇ ਵੀ ਕੋਈ ਵੀ ਸਿੱਖ ਨਜ਼ਰ ਆਉਂਦਾ ਉਹਦਾ ਕਤਲ ਕਰ ਦਿੱਤਾ ਜਾਵੇ। ਇਸ ਨੇ ਆਪਣੇ ਵੱਲੋਂ ਇਨਾਮ ਵੀ ਰੱਖੇ। ਜੇਕਰ ਕੋਈ ਸਿੱਖ ਦਾ ਪਤਾ ਦੱਸਦਾ ਵੀ ਫਲਾਨੀ ਜਗ੍ਹਾ 'ਤੇ ਸਿੱਖ ਰਹਿੰਦਾ, ਉਸ ਨੂੰ 10 ਰੁਪਏ ਇਨਾਮ ਦੇ ਵਿੱਚ ਦਿੱਤੇ ਜਾਣਗੇ। ਜੇਕਰ ਕੋਈ ਸਿੱਖ ਨੂੰ ਆਪਣੇ ਨਾਲ ਜਾ ਕੇ ਬਿਲਕੁਲ ਗ੍ਰਿਫਤਾਰ ਕਰਵਾ ਦਿੰਦਾ ਜਾਂ ਆਪਣੇ ਤੌਰ 'ਤੇ ਕਿਸੇ ਤਰੀਕੇ ਨਾਲ ਉਹਨੂੰ ਗ੍ਰਿਫਤਾਰ ਕਰ ਲੈਂਦਾ, ਬੰਨ੍ਹ ਲੈਂਦਾ, ਜਾਂ ਕੋਈ ਝਪਟ ਹੁੰਦੀ ਹੈ ਕਿਸੇ ਵੀ ਤਰੀਕੇ ਦੇ ਨਾਲ, ਉਸ ਮਨੁੱਖ ਨੂੰ 50 ਰੁਪਏ ਇਨਾਮ ਦੇ ਵਿੱਚ ਦਿੱਤੇ ਜਾਣਗੇ। ਜੇਕਰ ਕੋਈ ਵਿਅਕਤੀ ਸਿੱਖ ਦਾ ਸਿਰ ਵੱਢ ਕੇ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਆਵੇਗਾ, 80 ਰੁਪਏ ਇਨਾਮ ਦੇ ਦਿੱਤੇ ਜਾਣਗੇ। ਇਹ 3 ਇਨਾਮ ਹੈ ਜੋ ਜ਼ਕਰੀਆ ਖਾਨ ਵੱਲੋਂ ਰੱਖੇ ਗਏ ਤੇ ਇਸ ਨੇ 10,000 ਫੌਜ ਦਾ ਬੰਦਾ ਪਿੰਡਾਂ ਦੇ ਵਿੱਚ ਹੀ ਭੇਜ ਦਿੱਤਾ ਵੀ ਜਿੱਥੇ ਵੀ ਤੁਹਾਨੂੰ ਕੋਈ ਸਿੱਖ ਮਿਲਦਾ ਉਹਦਾ ਕਤਲ ਕਰ ਦਿੱਤਾ ਜਾਵੇ।
ਇਸ ਫੌਜ ਨੂੰ ਹੀ ਲੋਕਾਂ ਨੇ ਦੱਸ ਪਾਉਣੀ ਸੀ, ਇਹਨਾਂ ਨੂੰ ਹੀ ਦੱਸਣਾ ਸੀ ਵੀ ਆਹ ਫਲਾਣੇ ਸਿੱਖਾਂ ਦਾ ਘਰ ਹੈ ਜਾਂ ਫਲਾਨੀ ਜਗ੍ਹਾ 'ਤੇ ਫਲਾਨਾ ਸਿੱਖ ਰਹਿੰਦਾ ਹੈ। ਇਸ ਨੇ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਆਖਰ ਸਿੱਖ ਦੁਬਾਰੇ ਜੰਗਲਾਂ ਦੇ ਵਿੱਚ ਫੇਰ ਚਲੇ ਗਏ। ਜਦੋਂ ਹਾਲਾਤ ਬਹੁਤ ਹੀ ਭਿਆਨਕ ਬਣ ਗਏ ਹਨ, ਭਾਵੇਂ ਸਿੱਖ ਵਾਪਸ ਆਏ ਹੈ 1719 ਤੋਂ ਲੈ ਕੇ 26 ਤੱਕ, 4-5 ਸਾਲ 6-7 ਸਾਲ ਤੱਕ, ਪਰ ਆਖਰ ਉਹਨਾਂ ਨੂੰ ਦੁਬਾਰੇ ਵਾਪਸ ਫੇਰ ਜਾਣਾ ਪਿਆ। ਸਿੱਖ ਫੇਰ ਜੰਗਲਾਂ ਦੇ ਵਿੱਚ ਚਲੇ ਗਏ। ਸਿੱਖਾਂ ਦਾ ਸਾਥ ਦਿੱਤਾ ਹੈ ਕਾਹਨੂੰਵਾਲ ਦਾ ਸ਼ੰਭ, ਮਲੇਰਕੋਟਲੇ ਦੇ ਨੇੜੇ ਕੁੱਪਰਹੀੜਾ, ਇਹ ਜੰਗਲ ਸੀ, ਤੇ ਜਾਂ ਬਠਿੰਡੇ ਦਾ ਇਲਾਕਾ, ਇਹ ਸਾਰਾ ਜੰਗਲ ਸੀ। ਲੱਖੀ ਜੰਗਲ ਕਿਹਾ ਜਾਂਦਾ ਸੀ ਇਸ ਨੂੰ, ਬਠਿੰਡੇ ਦੇ ਇਲਾਕੇ ਨੂੰ, ਤੇ ਜਾਂ ਬੀਕਾਨੇਰ ਰਾਜਸਥਾਨ ਦੇ ਵਿੱਚ, ਇਹ ਸਿੱਖਾਂ ਦੇ ਟਿਕਾਣੇ ਸਨ। ਇਹ ਇਲਾਕਿਆਂ ਦੇ ਵਿੱਚ ਸਿੱਖ ਚਲੇ ਜਾਂਦੇ ਸਨ ਜਦੋਂ ਹਾਲਾਤ ਬਹੁਤ ਹੀ ਭਿਆਨਕ ਬਣ ਜਾਂਦੇ। ਆਖਰ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਵੀ ਇੱਕ ਮੀਟਿੰਗ ਕੀਤੀ। ਸਮੁੱਚੇ ਸਿੱਖ ਇਕੱਤਰ ਹੋਏ। ਇਕੱਤਰ ਹੋ ਕੇ ਗੱਲਾਂ ਨੂੰ ਵਿਚਾਰਿਆ ਗਿਆ ਵੀ ਜਿਸ ਤਰੀਕੇ ਨਾਲ ਤਾਰਾ ਸਿੰਘ ਵਾਂ ਨੂੰ ਸ਼ਹੀਦ ਕੀਤਾ ਗਿਆ, ਨਾਲ ਦੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਇਹ ਬਹੁਤ ਗਲਤ ਹੋਇਆ। ਸਿੱਖਾਂ ਦਾ ਤਾਂ ਕਸੂਰ ਹੀ ਕੋਈ ਨਹੀਂ। ਸਾਹਿਬ ਰਾਏ ਚੌਧਰੀ ਆਪਣੇ ਘੋੜਿਆਂ ਨੂੰ ਬੰਨ੍ਹ ਕੇ ਰੱਖਦਾ, ਨਾ ਸਿੱਖ ਉਹਨਾਂ ਘੋੜਿਆਂ ਨੂੰ ਵੇਚਦੇ, ਤੇ ਨਾ ਇਹ ਜੰਗ ਹੁੰਦੀ, ਨਾ ਸ਼ਹਾਦਤਾਂ ਹੁੰਦੀਆਂ। ਲੇਕਿਨ ਸਾਹਿਬ ਰਾਏ ਨੇ ਤਾਂ ਹੰਕਾਰ ਦੇ ਵਿੱਚ ਆ ਕੇ ਇੰਨੀ ਭੱਦੀ ਸ਼ਬਦਾਵਲੀ ਵਰਤੀ ਹੈ ਸਿੱਖਾਂ ਦੇ ਲਈ, ਸਿੱਖ ਹੋਰ ਕਰਦੇ ਕੀ। ਇਹ ਬਹੁਤ ਗਲਤ ਹੋਇਆ। ਸਿੱਖਾਂ ਨੇ ਆਪਣੀ ਇੱਕ ਮੀਟਿੰਗ ਕੀਤੀ ਹੈ, ਸਰਬੱਤ ਖਾਲਸਾ ਕੀਤਾ ਹੈ, ਇਹਨਾਂ ਗੱਲਾਂ ਨੂੰ ਵਿਚਾਰਿਆ ਗਿਆ। ਆਖਰ ਉਸ ਸਮੇਂ 3 ਮਤੇ ਪਾਏ ਗਏ। ਉਹ ਇਕੱਤਰਤਾ ਹੋਈ ਹੈ ਜੋ ਸਿੱਖਾਂ ਦੀ, ਉਹਦੇ ਵਿੱਚ 3 ਫੈਸਲੇ ਲਏ ਗਏ। ਇੱਕ ਫੈਸਲਾ ਇਹ ਲਿਆ ਗਿਆ, ਸਰਕਾਰੀ ਖਜ਼ਾਨੇ ਲੁੱਟੇ ਜਾਣ। ਜੋ ਸਰਕਾਰ ਦਾ ਧਨ ਦੌਲਤ ਹੈ ਉਹ ਲੁੱਟਿਆ ਜਾਵੇ, ਸਰਕਾਰੀ ਖਜ਼ਾਨੇ। ਸਿੱਖਾਂ ਨੇ ਖਜ਼ਾਨੇ ਲੁੱਟੇ ਹੈ, ਲੇਕਿਨ ਕਿਸੇ ਆਮ ਮਨੁੱਖ ਨੂੰ ਨਹੀਂ ਲੁੱਟਿਆ, ਗਰੀਬ ਨੂੰ ਨਹੀਂ ਲੁੱਟਿਆ ਗਿਆ, ਕਿਸੇ ਨਾਲ ਧੱਕਾ ਨਹੀਂ ਹੋਇਆ। ਜੋ ਸਰਕਾਰੀ ਰਿਕਾਰਡ ਦੇ ਵਿੱਚ ਖਜ਼ਾਨਾ ਚੜ੍ਹ ਜਾਂਦਾ ਸੀ, ਜੋ ਧਨ ਦੌਲਤ ਸਰਕਾਰੀ ਰਿਕਾਰਡ ਵਿੱਚ ਆ ਜਾਂਦਾ ਸੀ, ਉਸੇ ਨੂੰ ਲੁੱਟਿਆ ਜਾਂਦਾ ਸੀ। ਇੱਕ ਫੈਸਲਾ ਇਹ ਲਿਆ ਗਿਆ ਵੀ ਸਰਕਾਰੀ ਖਜ਼ਾਨੇ ਲੁੱਟੇ ਜਾਣ। ਦੂਸਰਾ ਫੈਸਲਾ ਲਿਆ ਗਿਆ, ਹਥਿਆਰ ਲੁੱਟੇ ਜਾਣ। ਹਥਿਆਰਾਂ ਦੀ ਲੋੜ ਹੈ, ਜੰਗ ਕਰਨੀ ਹੈ, ਖਰੀਦੇ ਜਾ ਨਹੀਂ ਸਕਦੇ, ਇਸ ਕਰਕੇ ਹਾਕਮਾਂ ਦੇ ਕੋਲੋਂ ਇਹ ਹਥਿਆਰ ਲੁੱਟ ਹੀ ਲਏ ਜਾਣ। ਤੀਸਰਾ ਫੈਸਲਾ ਲਿਆ ਗਿਆ, ਜੋ ਆਮ ਲੋਕ ਨੇ, ਆਰਥਿਕ ਪੱਖ ਤੋਂ ਕਮਜ਼ੋਰ ਨੇ, ਗਰੀਬ ਨੇ, ਉਹਨਾਂ ਦੀ ਮਦਦ ਕੀਤੀ ਜਾਵੇ, ਉਹਨਾਂ ਦੀ ਮਦਦ ਕੀਤੀ ਜਾਵੇ, ਹੈਲਪ ਕੀਤੀ ਜਾਵੇ, ਧਨ ਦੌਲਤ ਦੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਸੇਵਾ ਕੀਤੀ ਜਾਵੇ। ਤੇ ਵੈਸੇ ਗੁਰਬਾਣੀ ਦਾ ਫੈਸਲਾ ਵੀ ਹੈ ਕਿ ਮਨੁੱਖ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ 3 ਫੈਸਲੇ ਕੀਤੇ ਗਏ। ਬਾਅਦ ਦੇ ਵਿੱਚ ਸਿੱਖਾਂ ਨੇ ਖਜ਼ਾਨੇ ਲੁੱਟੇ ਆ। ਮੈਂ 1-2 ਖਜ਼ਾਨਿਆਂ ਦਾ ਜ਼ਿਕਰ ਕਰਨਾ ਹੈ, ਨਹੀਂ ਤਾਂ ਬਹੁਤ ਜ਼ਿਆਦਾ ਸਰਕਾਰੀ ਖਜ਼ਾਨੇ ਲੁੱਟੇ ਆ। ਆਪਾਂ ਜੇ ਸਾਰਿਆਂ ਦੀ ਗੱਲ ਕਰੀਏ ਤੇ ਇਤਿਹਾਸ ਦੀ ਲੜੀ ਨੇ ਤਾਂ ਬਹੁਤ ਲੰਬੇ ਹੋ ਜਾਣਾ। ਇੱਕ ਸਿੱਖਾਂ ਨੇ ਖਜ਼ਾਨਾ ਲੁੱਟਿਆ ਅੰਮ੍ਰਿਤਸਰ ਦੇ ਨੇੜੇ ਚਵੰਡਾ, ਇੱਥੇ ਸਰਕਾਰੀ ਖਜ਼ਾਨਾ ਜਾ ਰਿਹਾ ਸੀ। ਇਹ ਧਨ ਦੌਲਤ ਲੁੱਟਿਆ ਗਿਆ, ਤਕਰੀਬਨ 5 ਲੱਖ ਦੀ ਰਕਮ ਸੀ ਉਸ ਸਮੇਂ ਇਹ ਖਜ਼ਾਨੇ ਦੀ।
ਇੱਕ ਹੋਰ ਖਜ਼ਾਨਾ ਲੁੱਟਿਆ ਗਿਆ, ਜਿਹੜੇ ਸਿੱਖ ਵਾਪਸ ਕਰਕੇ ਆਏ। ਉਹ ਬਹੁਤ ਹੀ ਬਾਕਮਾਲ ਦੀ ਘਟਨਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਰਗੋਬਿੰਦਪੁਰਾ ਪਿੰਡ ਹੈ, ਬਿਆਸ ਦਰਿਆ ਦੇ ਨੇੜੇ। ਇਹ ਹਰਗੋਬਿੰਦਪੁਰਾ ਉਹੀ ਪਿੰਡ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਕੀਤੀ ਹੈ ਅਤੇ ਇੱਥੇ ਹੀ ਭਾਈ ਗੋਪਾਲਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ। ਆਪਾਂ ਇਤਿਹਾਸ ਦੇ ਵਿੱਚ ਸਾਖੀ ਪੜ੍ਹਦੇ ਹਾਂ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਹਿਆ ਕੋਈ ਸਿੱਖ ਹੋਵੇ ਜਿਹੜਾ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ, ਉਹ ਭਾਈ ਗੋਪਾਲਾ ਜੀ ਨੇ ਸੁਣਾਇਆ ਇੱਥੇ। ਇਹ ਹਰਗੋਬਿੰਦਪੁਰਾ ਪਿੰਡ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ ਸੀ, ਲੇਕਿਨ ਬਾਅਦ ਦੇ ਵਿੱਚ ਇਹਦਾ ਨਾਮ ਜਿਹੜਾ ਪਿਆ ਉਹ ਹਰਗੋਬਿੰਦਪੁਰਾ ਪਿਆ। ਵਸਾਇਆ ਗੁਰੂ ਅਰਜਨ ਸਾਹਿਬ ਜੀ ਨੇ। ਇੱਥੋਂ ਦਾ ਇੱਕ ਸਨਾਤਨ ਮਤ ਨੂੰ ਮੰਨਣ ਵਾਲਾ ਸਰਕਾਰੀ ਹਾਕਮ ਹੈ, ਸਰਕਾਰ ਦੇ ਅਧੀਨ ਜੌਬ ਕਰਦਾ, ਨੌਕਰੀ ਕਰਦਾ, ਮੁਖੀ ਹੈਗਾ ਇਸ ਇਲਾਕੇ ਦਾ ਪ੍ਰਤਾਪ ਚੰਦ ਸਿਆਲਕੋਟੀ। ਇਹ ਸਰਕਾਰੀ ਖਜ਼ਾਨਾ ਰਕਮ ਮਾਮਲਾ ਇਕੱਠਾ ਕਰਕੇ ਜਮ੍ਹਾਂ ਕਰਵਾਉਣ ਦੇ ਲਈ ਜਾ ਰਿਹਾ ਸੀ। ਸਿੱਖਾਂ ਨੇ ਰਸਤੇ ਦੇ ਵਿੱਚ ਇਸ ਨੂੰ ਲੁੱਟ ਲਿਆ। ਸਰਕਾਰੀ ਰੁਪਈਆ ਉਹ ਲੁੱਟ ਲਿਆ ਗਿਆ ਪ੍ਰਤਾਪ ਚੰਦ ਸਿਆਲਕੋਟੀ ਦੇ ਕੋਲੋਂ। ਇਹ ਸਨਾਤਨ ਮਤ ਨੂੰ ਮੰਨਣ ਵਾਲਾ ਇੱਕ ਹਿੰਦੂ ਵੀਰ ਸੀ। ਆਖਰਵਾਦ ਦੇ ਵਿੱਚ ਸਿੱਖਾਂ ਨੇ ਗੱਲ ਨੂੰ ਵਿਚਾਰਿਆ ਵੀ ਜੋ ਅਸੀਂ ਖਜ਼ਾਨਾ ਲੁੱਟ ਕੇ ਆਏ ਹਾਂ ਇਹ ਸਰਕਾਰੀ ਰਿਕਾਰਡ ਦੇ ਵਿੱਚ ਚੜ੍ਹਿਆ ਕੋਈ ਨਹੀਂ, ਇਹ ਜਮ੍ਹਾਂ ਨਹੀਂ ਹੋਇਆ ਅਜੇ, ਇਹ ਤਾਂ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਹੋਇਆ, ਸਰਕਾਰੀ ਰਿਕਾਰਡ ਵਿੱਚ ਨਹੀਂ ਚੜ੍ਹਿਆ। ਇਹ ਜਿੰਨੀ ਰਕਮ ਹੈ ਸਰਕਾਰ ਨੇ, ਹਕੂਮਤ ਨੇ ਪ੍ਰਤਾਪ ਚੰਦ ਸਿਆਲਕੋਟੀ ਤੋਂ ਪ੍ਰਾਪਤ ਕਰਨੀ ਹੈ ਕਿਸੇ ਵੀ ਤਰੀਕੇ ਦੇ ਨਾਲ, ਜਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇੰਨੇ ਸਰਕਾਰੀ ਰੁਪਈਏ ਕਿੱਧਰ ਚਲੇ ਗਏ? ਇਹਨਾਂ ਨੇ ਸੋਚਿਆ ਪ੍ਰਤਾਪ ਚੰਦ ਸਿਆਲਕੋਟੀ ਦਾ ਨੁਕਸਾਨ ਹੋ ਜਾਣਾ, ਆਪਾਂ ਉਹ ਖਜ਼ਾਨਾ ਲੁੱਟ ਲਿਆਂਦਾ ਜਿਹੜਾ ਸਰਕਾਰੀ ਰਿਕਾਰਡ ਵਿੱਚ ਅਜੇ ਚੜ੍ਹਿਆ ਕੋਈ ਨਹੀਂ। ਆਖਰ ਰਾਤ ਨੂੰ 2-3 ਗੁਰਸਿੱਖਾਂ ਨੇ ਉਹ ਸਰਕਾਰੀ ਖਜ਼ਾਨਾ ਇੱਕ ਪੰਡ ਦੇ ਵਿੱਚ ਬੰਨ੍ਹਿਆ, ਉਹਦੇ ਵਿੱਚ ਸੋਨਾ ਵੀ ਸੀ, ਚਾਂਦੀ, ਮੋਹਰਾਂ, ਉਸ ਸਮੇਂ ਦਾ ਰੁਪਈਆ, ਸਾਰੇ ਇੱਕ ਪੰਡ ਦੇ ਵਿੱਚ ਬੰਨ੍ਹ ਕੇ ਨਾ ਉਹ ਖਜ਼ਾਨਾ ਤੇ ਰਾਤ ਨੂੰ ਇਹਦੇ ਘਰੇ ਚਲੇ ਗਏ ਤੇ ਇਸ ਨੂੰ ਵਾਪਸ ਕਰੇ ਆਏ ਵੀ ਆਹ ਜੋ ਧਨ ਦੌਲਤ ਅਸੀਂ ਲੁੱਟਿਆ ਇਹ ਅਸੀਂ ਵਾਪਸ ਕਰਕੇ ਜਾ ਰਹੇ। ਅਸਲ ਦੇ ਵਿੱਚ ਸਾਨੂੰ ਨਹੀਂ ਸੀ ਪਤਾ ਵੀ ਇਹ ਸਰਕਾਰੀ ਰਿਕਾਰਡ ਵਿੱਚ ਚੜ੍ਹਿਆ ਜਾਂ ਨਾ ਚੜ੍ਹਿਆ। ਜੇ ਸਰਕਾਰੀ ਰਿਕਾਰਡ ਵਿੱਚ ਚੜ੍ਹਿਆ ਹੁੰਦਾ ਅਸੀਂ ਵਾਪਸ ਕੋਈ ਨਹੀਂ ਸੀ ਕਰਨਾ, ਅਸੀਂ ਵਾਪਸ ਇਸ ਕਰਕੇ ਜਾ ਰਹੇ ਹਾਂ ਵੀ ਇਹਨੂੰ ਅਸੀਂ ਦੁਬਾਰੇ ਲੁੱਟਾਂਗੇ ਜਦੋਂ ਸਰਕਾਰੀ ਰਿਕਾਰਡ ਵਿੱਚ ਚੜ੍ਹ ਗਿਆ। ਜੇ ਅਸੀਂ ਵਾਪਸ ਨਾ ਕਰਦੇ ਮੌਕੇ ਦੀ ਹਕੂਮਤ ਤੈਨੂੰ ਸਜ਼ਾ ਦਿੰਦੀ ਜਾਂ ਤੈਨੂੰ ਇੰਨੀ ਵੱਡੀ ਰਕਮ ਆਪਣੇ ਕੋਲੋਂ ਭਰਨੀ ਪੈਂਦੀ। ਪ੍ਰਤਾਪ ਚੰਦ ਸਿਆਲਕੋਟੀ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ, ਬਹੁਤ ਭਾਵੁਕ ਹੋਇਆ ਤੇ ਸਿੱਖਾਂ ਨੂੰ ਕਹਿਣ ਲੱਗਿਆ ਵੀ ਮੈਂ ਦੁਬਿਧਾ ਵਿੱਚ ਪੈ ਗਿਆ, ਮੈਂ ਹੁਣ ਤੁਹਾਨੂੰ ਲੁਟੇਰੇ ਕਹਾਂ ਜਾਂ ਧਰਮੀ ਕਹਾਂ। ਆਖਰ ਇਹ ਖਜ਼ਾਨਾ ਸਿੱਖ ਹੈ ਉਹ ਵਾਪਸ ਕਰਕੇ ਆਏ ਆ ਪ੍ਰਤਾਪ ਚੰਦ ਸਿਆਲਕੋਟੀ ਦੇ ਕੋਲ ਵੀ ਇਹਨੂੰ ਇੱਕ ਵਾਰੀ ਤੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ, ਰਿਕਾਰਡ ਦੇ ਵਿੱਚ ਆ ਜਾਵੇਗਾ। ਉਸ ਸਮੇਂ ਕਾਫੀ ਖਜ਼ਾਨੇ ਲੁੱਟੇ ਗਏ ਇਸ ਸਮੇਂ ਦੇ ਦੌਰਾਨ, ਜਿਸ ਦੇ ਨਾਲ ਹਕੂਮਤ ਦਾ ਨੁਕਸਾਨ ਹੋਇਆ। ਜ਼ਕਰੀਆ ਖਾਨ ਨੇ ਆਪਣੇ ਵੱਲੋਂ ਇਨਾਮ ਵੀ ਰੱਖਿਆ ਹੋਇਆ ਸਿੱਖਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਖਾਤਰ। ਇਹਨੇ 10,000 ਦੀ ਫੌਜ ਵੀ ਪਿੰਡਾਂ ਦੇ ਵਿੱਚ ਭੇਜੀ ਹੋਈ ਹੈ, ਲੇਕਿਨ ਇਹ ਸਿੱਖਾਂ ਨੂੰ ਖਤਮ ਨਹੀਂ ਕਰ ਸਕਿਆ। ਸਿੱਖ ਜੰਗਲਾਂ ਵਿੱਚ ਚਲੇ ਜਾਂਦੇ ਸਨ, ਛੁਪ ਜਾਂਦੇ ਸਨ। ਇਸ ਨੇ ਸੋਚਿਆ ਸਿੱਖ ਸਾਡੇ ਸਰਕਾਰੀ ਖਜ਼ਾਨੇ ਲੁੱਟ ਰਹੇ ਆ, ਬਹੁਤਾ ਨੁਕਸਾਨ ਕਰ ਰਹੇ ਆ, ਆਪਾਂ ਨੂੰ ਕੋਈ ਹੋਰ ਤਰੀਕਾ ਅਪਣਾ ਲੈਣਾ ਚਾਹੀਦਾ, ਸਿੱਖਾਂ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਤਾਂ ਕਿ ਆਪਣਾ ਨੁਕਸਾਨ ਨਾ ਹੋਵੇ।
ਇਹ ਜ਼ਕਰੀਆ ਖਾਨ ਆਪਣੇ ਵੱਲੋਂ ਇੱਕ ਚਾਲ ਚੱਲਦਾ ਹੈ। ਰਾਜਨੀਤੀ ਦੇ ਵਿੱਚ ਸ਼ਾਮ ਦਾਮ ਦੰਡ ਭੇਦ ਇਹ ਨੁਕਤੇ ਅਪਣਾਏ ਜਾਂਦੇ ਹੈ। ਰਾਜਨੀਤੀ ਜਦੋਂ ਕਰਨੀ ਹੈ, ਸ਼ਾਮ ਦਾਮ ਦੰਡ ਭੇਦ ਇਹ ਸਾਰੇ ਮਨੁੱਖ ਨੂੰ ਨੁਕਤੇ ਅਪਣਾਉਣੇ ਪੈਂਦੇ ਹੈ ਜਾਂ ਇਹਨਾਂ ਨੂੰ ਵੱਖ-ਵੱਖ ਸਮੇਂ 'ਤੇ ਵਰਤਣਾ ਪੈਂਦਾ ਹੈ। ਜ਼ਕਰੀਆ ਖਾਨ ਨੇ ਸੋਚਿਆ ਆਪਾਂ ਕਿਉਂ ਨਾ ਸਿੱਖਾਂ ਨੂੰ ਕੋਈ ਅਹੁਦਾ ਦੇ ਦਈਏ। ਜਦੋਂ ਇਹਨਾਂ ਨੂੰ ਕੋਈ ਅਹੁਦਾ ਦੇ ਦਿੱਤਾ ਗਿਆ, ਹੋ ਸਕਦਾ ਸਿੱਖ ਅਹੁਦੇ ਪਿੱਛੇ ਆਪਸ ਦੇ ਵਿੱਚ ਹੀ ਲੜ ਪੈਣ ਵੀ ਮੈਨੂੰ ਚਾਹੀਦਾ, ਦੂਸਰਾ ਕਹੂ ਮੈਨੂੰ ਚਾਹੀਦਾ। ਇੱਕ ਤਾਂ ਸਿੱਖਾਂ ਦੇ ਵਿੱਚ ਦਰਾਰ ਪੈਦਾ ਹੋ ਜਾਵੇਗੀ, ਆਪਸ ਦੇ ਵਿੱਚ ਲੜਨਗੇ ਅਹੁਦੇ ਦੀ ਖਾਤਰ। ਇੱਕ ਮੈਂ ਰੁਕ ਕੇ ਬੇਨਤੀ ਕਰਾਂ, ਜਿਹੋ ਜਿਹਾ ਸਿੱਖਾਂ ਦਾ ਕਿਰਦਾਰ ਅੱਜ ਹੈ ਨਾ, ਉਹੋ ਜਿਹਾ ਜੋ ਅਸੀਂ ਇਤਿਹਾਸ ਵਿਚਾਰ ਰਹੇ ਹਾਂ ਉਸ ਸਮੇਂ ਨਹੀਂ ਸੀ। ਉਸ ਸਮੇਂ ਸਿੱਖ ਨਿਮਰਤਾ ਵਿੱਚ ਰਹਿ ਕੇ ਸਿੱਖੀ ਕਮਾਉਣ ਨੂੰ ਤਰਜੀਹ ਦਿੰਦਾ ਸੀ। ਅੱਜ ਦਾ ਮਨੁੱਖ, ਅੱਜ ਦਾ ਸਿੱਖ ਹੰਕਾਰ ਨੂੰ ਅਪਣਾ ਕੇ ਸਿੱਖੀ ਕਮਾਉਣ ਨੂੰ ਤਰਜੀਹ ਦੇਣ ਦੀ ਬਜਾਏ ਅਹੁਦੇ ਨੂੰ ਹਾਸਲ ਕਰਨ ਦੇ ਲਈ ਬਹੁਤ ਜ਼ਿਆਦਾ ਉਪਰਾਲਾ ਕਰਦਾ, ਉਦਮ ਕਰਦਾ, ਲੜਾਈਆਂ ਵੀ ਕਰਦਾ। ਅੱਜ ਜੇਕਰ ਵੇਖਿਆ ਜਾਵੇ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਐ, ਕਿਸੇ ਪਿੰਡ ਦੇ ਵਿੱਚ ਕਿਸੇ ਮਨੁੱਖ ਨੂੰ ਅਹੁਦੇ ਤੋਂ ਲਾਹ ਦਿੱਤਾ ਜਾਵੇ, ਗੁਰਦੁਆਰੇ ਦੀ ਪ੍ਰਧਾਨਗੀ ਖੋਹ ਲਈ ਜਾਵੇ ਜਾਂ ਹੋਰ ਕੋਈ ਅਹੁਦਾ ਖੋਹ ਲਿਆ ਜਾਵੇ, ਉਹ ਕੀ ਕਰਦਾ, ਪਿੰਡ ਦੇ ਵਿੱਚ 5-10 ਬੰਦਿਆਂ ਨੂੰ ਹੋਰ ਨਾਲ ਲਾ ਕੇ ਵੱਖਰਾ ਗੁਰਦੁਆਰਾ ਬਣਾ ਲੈਂਦਾ ਵੀ ਅਹੁਦਾ ਨਹੀਂ ਛੱਡਣਾ। ਪਹਿਲਾਂ ਵੀ ਪ੍ਰਧਾਨਗੀ ਸੀ, ਹੁਣ ਵੀ ਪ੍ਰਧਾਨਗੀ ਕਰਨੀ ਹੈ। ਜਿਹੜੇ ਜ਼ਿਆਦਾ ਗੁਰਦੁਆਰੇ ਬਣੇ ਆ ਨਾ, ਇੱਕ ਪਿੰਡ ਦੇ ਵਿੱਚ 5-5 ਗੁਰਦੁਆਰੇ, 7-7, 2-2 ਜਾਂ 3-3, ਇਹ ਸਾਰੇ ਪ੍ਰਧਾਨਗੀਆਂ ਵਿੱਚੋਂ ਨਿਕਲੇ ਹੋਏ ਹੈ। ਹੋਰ ਕੋਈ ਗੁਰਦੁਆਰੇ ਇਸ ਲਈ ਜ਼ਿਆਦਾ ਨਹੀਂ ਬਣਾਏ ਵੀ ਦਰਬਾਰ ਸਾਹਿਬ ਛੋਟਾ ਪੈ ਗਿਆ, ਸਿੱਖ ਸੰਗਤ ਵਾਲੀ ਆਉਣ ਲੱਗ ਗਈ ਸੀ। ਨਾ ਨਾ, ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੀ ਹੋਣਾ ਚਾਹੀਦਾ। ਪਰ ਪੰਜਾਬ ਦੇ ਵਿੱਚ ਤਾਂ ਇਸੇ ਤਰ੍ਹਾਂ ਵੀ ਕੋਈ ਵਿਰਲਾ ਪਿੰਡ ਤਾਂ ਹੋ ਸਕਦਾ ਵੀ ਜਿੱਥੇ ਇੱਕ ਗੁਰਦੁਆਰਾ ਹੋਵੇ, ਨਹੀਂ ਹਰੇਕ ਪਿੰਡ ਦੇ ਵਿੱਚ 3-3, 4-4 ਗੁਰਦੁਆਰੇ ਹੈ। ਹੁਣ ਜ਼ਕਰੀਆ ਖਾਨ ਹੈ, ਉਹ ਵੀ ਸੋਚਦਾ ਵੀ ਜਦੋਂ ਇਹਨਾਂ ਨੂੰ ਅਹੁਦਾ ਦਿੱਤਾ ਜਾਵੇਗਾ, ਅਹੁਦੇ ਪਿੱਛੇ ਇਹ ਲੜਨਗੇ, ਇਹਨਾਂ ਦੇ ਵਿੱਚ ਦਰਾਰ ਪੈਦਾ ਹੋਵੇਗੀ, ਫੁੱਟ ਪਵੇਗੀ, ਧੜੇ ਬਣਨਗੇ, ਇਹ ਕਮਜ਼ੋਰ ਹੋ ਜਾਣਗੇ, ਆਪਾਂ ਨੂੰ ਸੌਖਾ ਹੋ ਜਾਵੇਗਾ। ਦੂਸਰਾ, ਇਹ ਆਪਣੇ ਸਰਕਾਰੀ ਖਜ਼ਾਨੇ ਨਹੀਂ ਲੁੱਟਣਗੇ ਜਦੋਂ ਸਮਝੌਤਾ ਹੋ ਗਿਆ। ਆਖਰ ਜ਼ਕਰੀਆ ਖਾਨ ਨੇ ਕਿਸੇ ਤਰੀਕੇ ਨਾਲ ਉਪਰਾਲਾ ਕਰਕੇ ਸਿੱਖਾਂ ਦੇ ਨਾਲ ਸਮਝੌਤਾ ਕਰਨਾ ਚਾਹਿਆ। ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਇੱਕ ਗੁਰਸਿੱਖ ਹੈ, ਜੰਬਰ ਪਿੰਡ ਦਾ ਰਹਿਣ ਵਾਲਾ ਭਾਈ ਸੁਬੇਗ ਸਿੰਘ। ਇਹ ਸਰਕਾਰੀ ਠੇਕੇਦਾਰ ਹੈ, ਲੇਕਿਨ ਇਹ ਸਿੱਖੀ ਦੇ ਪ੍ਰਤੀ ਬਹੁਤ ਜ਼ਿਆਦਾ ਵਫਾਦਾਰ ਹੈ। ਇਸ ਦੇ ਰਾਹੀਂ ਗੱਲ ਕਰਨੀ ਚਾਹੀ। ਭਾਈ ਸੁਬੇਗ ਸਿੰਘ ਨੂੰ ਅੰਮ੍ਰਿਤਸਰ ਭੇਜਿਆ ਗਿਆ। ਅੰਮ੍ਰਿਤਸਰ ਸਿੱਖਾਂ ਦਾ ਦਰਬਾਰ ਸਜਿਆ ਹੋਇਆ ਹੈ। ਉੱਥੇ ਜਾ ਕੇ ਸੁਬੇਗ ਸਿੰਘ ਸਿੱਖਾਂ ਦੇ ਨਾਲ ਗੱਲ ਕਰਦਾ ਵੀ ਜ਼ਕਰੀਆ ਖਾਨ ਤੁਹਾਨੂੰ ਨਵਾਬੀ ਦੇਣੀ ਚਾਹੁੰਦਾ ਤੇ ਇੱਕ ਜੰਗੀਰ ਬਖਸ਼ਣੀ ਚਾਹੁੰਦਾ ਹੈ। ਅੰਮ੍ਰਿਤਸਰ ਦੇ ਨੇੜੇ ਜਿਹੜੇ ਪਿੰਡ ਹੈ, ਕੰਗਣਵਾਲ, ਦਪਾਲਪੁਰ, ਝਵਾਲ, ਇਹ ਜਿਹੜਾ ਇਲਾਕਾ ਹੈ, ਇਸ ਇਲਾਕੇ ਦੀ 1 ਲੱਖ ਰੁਪਏ ਦੀ ਜੰਗੀਰ ਹੈ, ਉਹ ਤੁਸੀਂ ਲੈ ਲਵੋ। ਅੰਮ੍ਰਿਤਸਰ ਦਾ ਜਿਹੜਾ ਨੇੜੇ ਦਾ ਇਲਾਕਾ ਹੈ ਉਹ ਤੁਹਾਡੇ ਅਧੀਨ ਹੋਵੇਗਾ, ਲੇਕਿਨ ਸਮਝੌਤਾ ਇਹ ਹੈ ਵੀ ਤੁਸੀਂ ਸਰਕਾਰੀ ਖਜ਼ਾਨੇ ਨਹੀਂ ਲੁੱਟੋਗੇ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਤੁਸੀਂ ਅੰਮ੍ਰਿਤਸਰ ਦੇ ਇਲਾਕੇ ਵਿੱਚ ਰਹੋ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ, ਤੁਸੀਂ ਖਜ਼ਾਨੇ ਨਾ ਲੁੱਟਣੇ। ਇਸ ਤਰ੍ਹਾਂ ਦਾ ਸਮਝੌਤਾ, ਇਸ ਤਰ੍ਹਾਂ ਦੇ ਵਿਚਾਰ ਉਹ ਸੁਬੇਗ ਸਿੰਘ ਦੇ ਰਾਹੀਂ ਆਪਣਾ ਸੁਨੇਹਾ ਅੰਮ੍ਰਿਤਸਰ ਦਰਬਾਰ ਸਾਹਿਬ ਸਿੱਖਾਂ ਦੇ ਕੋਲ ਪਹੁੰਚਾਇਆ ਗਿਆ। ਉਸ ਦੇ ਵੱਲੋਂ ਇੱਕ ਖਿੱਲਤ ਵੀ ਭੇਜੀ ਗਈ ਹੈ। ਖਿੱਲਤ ਹੁੰਦੀ ਹੈ ਪਹਿਨਣ ਵਾਲੇ ਕੱਪੜੇ, ਇੱਕ ਕਮਰ ਕਸਾ ਤੇ ਇੱਕ ਦਸਤਾਰ।
ਇਹ ਨਵਾਬੀ ਦੇ ਰੂਪ ਦੇ ਵਿੱਚ ਖਿੱਲਤ ਭੇਜੀ ਗਈ ਹੈ, ਵੀ ਇਹ ਜ਼ਕਰੀਆ ਖਾਨ ਨੇ ਭੇਜੀ ਹੈ। ਸਵੇਗ ਸਿੰਘ ਜਦੋਂ ਸਿੱਖਾਂ ਦੇ ਸਾਹਮਣੇ ਪੇਸ਼ ਹੋਇਆ, ਪਹਿਲਾਂ ਤਾਂ ਸਿੱਖ ਕਹਿੰਦੇ ਵੀ ਤੇਰੀ ਸੁਧਾਈ ਕਰਾਂਗੇ ਅਸੀਂ, ਤੂੰ ਸਰਕਾਰ ਦੇ ਅਧੀਨ ਨੌਕਰੀ ਕਰ ਰਹੇ ਹੈ, ਅਸੀਂ ਸਰਕਾਰ ਦੇ ਨਾਲ ਜੰਗਾਂ ਵਿੱਢੀਆਂ ਹੋਈਆਂ, ਪਹਿਲਾਂ ਤੈਨੂੰ ਅਸੀਂ ਤਨਖਾਹ ਲਾਵਾਂਗੇ, ਤੂੰ ਗੁਨਾਹ ਕੀਤਾ ਹੋਇਆ। ਸਵੇਗ ਸਿੰਘ ਗੁਰੂ ਦੇ ਪ੍ਰਤੀ ਵਫਾਦਾਰ, ਗੁਰੂ ਦੇ ਸਿਧਾਂਤਾਂ ਦੇ ਪ੍ਰਤੀ ਉਸਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਉਹ ਕਹਿੰਦਾ ਵੀ ਤਨਖਾਹ ਲਾਉਣੀ ਆ, ਲਾ ਦਿਓ। ਆਖਰ ਇਸ ਨੂੰ ਤਨਖਾਹ ਲਾਈ ਗਈ ਪਹਿਲਾਂ ਤਾਂ ਸਿੱਖਾਂ ਦੇ ਵੱਲੋਂ, ਫੇਰ ਦੁਬਾਰੇ ਫੇਰ ਕਿਹਾ ਗਿਆ ਵੀ ਹੁਣ ਦੱਸ ਕੀ ਸੁਨੇਹਾ ਲੈ ਕੇ ਆਇਆ। ਇਸ ਨੇ ਸਾਰੀ ਗੱਲ ਦੁਹਰਾ ਦਿੱਤੀ। ਉਸ ਸਮੇਂ ਦਰਬਾਰ ਦੇ ਵਿੱਚ ਇੱਕ ਦਰਬਾਰਾ ਸਿੰਘ ਨਾਮ ਦਾ ਗੁਰਸਿੱਖ ਬੈਠਾ ਹੈ। ਜਦੋਂ ਇਹ ਕਹਿੰਦਾ ਵੀ ਤੁਹਾਡੇ ਲਈ ਨਵਾਬੀ ਭੇਜੀ ਹੈ, ਤੁਸੀਂ ਨਵਾਬੀ ਨੂੰ ਕਬੂਲ ਕਰ ਲਓ, ਆਹ ਇਲਾਕਾ ਤੁਹਾਡਾ ਹੋ ਜਾਵੇਗਾ, 1 ਲੱਖ ਰੁਪਏ ਦੀ ਆਮਦਨ ਹੈ ਇਸ ਇਲਾਕੇ ਦੀ, ਤੁਸੀਂ ਸਰਕਾਰੀ ਖਜ਼ਾਨੇ ਨਾਲ ਲੁੱਟਣੇ, ਤੁਹਾਡੇ ਤੇ ਹਮਲਾ ਨਹੀਂ ਹੋਵੇਗਾ। ਉਸ ਸਮੇਂ ਦਰਬਾਰਾ ਸਿੰਘ ਜੋ ਜਵਾਬ ਦਿੰਦਾ ਹੈ, ਉਹ ਸਾਡੇ ਜੋ ਇਤਿਹਾਸਕ ਗ੍ਰੰਥ ਹੈ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ। ਦਰਬਾਰਾ ਸਿੰਘ ਅੱਗਿਓਂ ਕਹੀ, ਸਵੇਗ ਸਿੰਘ ਨੂੰ ਕਹਿ ਰਿਹਾ ਦਰਬਾਰਾ ਸਿੰਘ, ਹਮ ਨਵਾਬੀ ਚਾਹੇ ਕਬ ਲਹੀ, ਅਸੀਂ ਕਦੋਂ ਨਵਾਬੀ ਮੰਗੀ ਹੈ ਵੀ ਸਾਨੂੰ ਨਵਾਬੀ ਦਿੱਤੀ ਜਾਵੇ। ਹਮ ਨਵਾਬੀ ਚਾਹੇ ਕਬ ਲਹੀ, ਹਮਕੋ ਸਤਿਗੁਰ ਦੇਈ ਪਾਤਸ਼ਾਹੀ, ਸਾਨੂੰ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਬਣਾਇਆ ਹੋਇਆ, ਤੇ ਜਦੋਂ ਅਸੀਂ ਰਾਜੇ ਹਾਂ, ਬਾਦਸ਼ਾਹ ਹਾਂ, ਪਾਤਸ਼ਾਹ ਹਾਂ, ਤੇ ਨਵਾਬੀ ਪਾਤਸ਼ਾਹੀ ਦੇ ਬਰਾਬਰ ਕਿੰਨੀ ਕੁ ਵੱਡੀ ਚੀਜ਼ ਹੈ, ਇਹ ਤਾਂ ਬਹੁਤ ਛੋਟਾ ਅਹੁਦਾ ਹੈ। ਅਸੀਂ ਤਾਂ ਬਾਦਸ਼ਾਹ ਹਾਂ, ਜਿਸਨੋਂ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਬਣਾਇਆ ਹੈ, ਪਾਤਸ਼ਾਹ ਬਣਾਇਆ ਹੈ। ਸਾਨੂੰ ਇਸ ਨਵਾਬੀ ਦੀ ਲੋੜ ਨਹੀਂ, ਤੇ ਨਾ ਹੀ ਅਸੀਂ ਕੋਈ ਇਹ ਮੰਗੀ ਹੈ ਵੀ ਸਾਨੂੰ ਨਵਾਬੀ ਦਿਓ। ਹਮ ਰਾਖਤ ਹੈ ਪਾਤਸ਼ਾਹੀ ਦਾਵਾ, ਅਸੀਂ ਤਾਂ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਬੈਠੇ ਹਾਂ, ਤੇ ਜ਼ਕਰੀਆ ਖਾਨ ਦੀ ਇਹ ਨਵਾਬੀ ਦੀ ਸਾਨੂੰ ਕੀ ਲੋੜ ਹੈ, ਸਾਨੂੰ ਨਹੀਂ ਚਾਹੀਦੀ ਇਹ ਨਵਾਬੀ। ਜਾਂ ਇਤ ਕੋ ਜਾਂ ਉਤ ਕੋ ਪਾਹੀ, ਉਹ ਦਰਬਾਰਾ ਸਿੰਘ ਜਵਾਬ ਦਿੰਦਾ ਵੀ ਅਸੀਂ ਇੱਥੇ ਵੀ ਬਾਦਸ਼ਾਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਵੀ ਬਾਦਸ਼ਾਹ ਹਾਂ। ਜਦੋਂ ਇਸ ਤਰ੍ਹਾਂ ਦਾ ਜਵਾਬ ਮਿਲਦਾ ਹੈ, ਆਖਰਵਾਦ ਦੇ ਵਿੱਚ ਸਵੇਗ ਸਿੰਘ ਨਾਲ ਹੋਰ ਗੱਲਾਂ ਬਾਤਾਂ ਵੀ ਹੁੰਦੀਆਂ। ਸਵੇਗ ਸਿੰਘ ਕਹਿੰਦਾ ਵੀ ਜੇ ਦੁਸ਼ਮਣ ਰਾਜਨੀਤੀ ਖੇਡਣਾ ਚਾਹੁੰਦਾ ਹੈ ਤਾਂ ਤੁਸੀਂ ਵੀ ਰਾਜਨੀਤੀ ਖੇਡੋ ਨਾ। ਮੈਂ ਪਹਿਲਾਂ ਵੀ ਇੱਕ ਦਿਨ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਵੀ ਜੇ ਪੈਰ ਦੇ ਵਿੱਚ ਕੰਡਾ ਵੱਜ ਜਾਵੇ ਤਾਂ ਕੰਡੇ ਦੀ ਦੁਨੀਆ ਤੋਂ ਨਫ਼ਰਤ ਨਹੀਂ ਕੀਤੀ ਜਾ ਸਕਦੀ, ਆਖਰ ਕੰਡੇ ਦੇ ਨਾਲ ਹੀ ਕੰਡਾ ਕੱਢਿਆ ਜਾਂਦਾ। ਜੇ ਅਗਲਾ ਰਾਜਨੀਤੀ ਖੇਡਣੀ ਚਾਹੁੰਦਾ, ਤੁਸੀਂ ਵੀ ਰਾਜਨੀਤੀ ਖੇਡੋ। ਅਗਲੇ ਨੇ ਆਪਣੀ ਚਾਲ ਚੱਲੀ ਹੈ, ਤੁਸੀਂ ਆਪਣੀ ਚਾਲ ਚੱਲੋ। ਤੁਹਾਨੂੰ ਨਵਾਬੀ ਲੈ ਲੈਣੀ ਚਾਹੀਦੀ ਹੈ। ਕੁਝ ਸਮਾਂ ਮਿਲ ਜਾਵੇਗਾ ਆਰਾਮ ਕਰਨ ਦੇ ਲਈ, ਦੁਬਾਰੇ ਇਕੱਠਿਆਂ ਹੋਣ ਦੇ ਲਈ, ਪ੍ਰਚਾਰ ਕਰਨ ਦੇ ਲਈ। ਆਖਰ ਹਮਲੇ ਨਹੀਂ ਹੋਣਗੇ, ਤੁਸੀਂ ਸਰਕਾਰੀ ਖਜ਼ਾਨੇ ਨਾ ਲੁੱਟਿਓ। ਜਿੰਨਾ ਕੁ ਸਮਾਂ ਇਹ ਸਾਰਾ ਕੁਝ ਚੱਲੇਗਾ ਉਨਾ ਕੁ ਟਾਈਮ ਠੀਕ ਹੈ। ਆਖਰ ਜਦੋਂ ਇਹ ਸਮਝੌਤਾ ਖਤਮ ਹੋ ਗਿਆ, ਫਿਰ ਉਸੇ ਤਰ੍ਹਾਂ ਹੀ ਪਹਿਲਾਂ ਦੀ ਤਰ੍ਹਾਂ। ਆਖਰ ਇਹ ਗੱਲਾਂ ਵਿਚਾਰ ਕੇ ਸਿੱਖਾਂ ਨੇ ਸੋਚਿਆ ਵੀ ਆਪਾਂ ਨੂੰ ਇਹ ਨਵਾਬੀ ਦੀ ਪੇਸ਼ਕਸ਼ ਹੈ ਜੋ ਇਹ ਰੱਖ ਲੈਣੀ ਚਾਹੀਦੀ ਹੈ, ਸਮਝੌਤਾ ਕਰ ਲੈਣਾ ਚਾਹੀਦਾ। ਉਸ ਸਮੇਂ ਸਿੱਖਾਂ ਨੂੰ ਪੁੱਛਿਆ ਗਿਆ ਦਰਬਾਰ ਦੇ ਵਿੱਚ ਵੀ ਨਵਾਬ ਕੌਣ ਬਣੇਗਾ। ਆਖਰ ਸਾਰੇ ਹੀ ਸਿੱਖ ਗੁਰੂ ਦੇ ਸਿਧਾਂਤਾਂ ਨੂੰ ਕਮਾਉਣ ਵਾਲੇ ਸਨ। ਹਰੇਕ ਸਿੱਖ ਹੀ ਜਵਾਬ ਦੇ ਦਿਆ ਕਰੇ ਵੀ ਮੈਨੂੰ ਨਹੀਂ ਚਾਹੀਦੀ ਨਵਾਬੀ, ਮੈਂ ਤਾਂ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਨੀ ਚਾਹੁੰਦਾ ਖਾਲਸਾ ਪੰਥ ਦੀ। ਤੇ ਜੇ ਅੱਜ ਦੇ ਸਮੇਂ ਵਿੱਚ ਨਵਾਬੀ ਆਈ ਹੋਵੇ, ਇੱਥੇ ਤਾਂ ਲੜ ਮਰ ਜਾਣਗੇ ਸਿੱਖ। ਉਹ ਆਖੇਗਾ ਵੀ ਮੈਨੂੰ ਨਵਾਬ ਬਣਾਓ, ਦੂਸਰਾ ਆਖੇਗਾ ਮੈਨੂੰ ਬਣਾਓ, ਲੜ ਪੈਣਗੇ। ਇਸ ਤਰ੍ਹਾਂ ਦਾ ਕਿਰਦਾਰ ਹੈ ਅੱਜ ਬਹੁਤੇ ਸਿੱਖਾਂ ਦਾ। ਆਖਰ ਹਰੇਕ ਸਿੱਖ ਨੇ ਜਵਾਬ ਦਿੱਤਾ ਵੀ ਮੈਂ ਨਵਾਬ ਨਹੀਂ ਬਣਨਾ।
ਉਸ ਸਮੇਂ ਦਰਬਾਰ ਦੇ ਵਿੱਚ ਨਵਾਬ ਕਪੂਰ ਸਿੰਘ, ਇਹ ਨਵਾਬ ਬਾਅਦ ਵਿੱਚ ਲੱਗੇਗਾ ਜਦੋਂ ਨਵਾਬੀ ਮਿਲ ਗਈ, ਕਪੂਰ ਸਿੰਘ ਫੈਜ਼ਲਪੁਰੀਆ, ਇਹ ਫੈਜ਼ਲਪੁਰ ਦਾ ਰਹਿਣ ਵਾਲਾ ਸੀ। ਇਹ ਉਸ ਸਮੇਂ ਪੱਖੇ ਦੀ ਸੇਵਾ ਕਰ ਰਿਹਾ ਸੀ, ਸਿੱਖਾਂ ਨੂੰ ਪੱਖਾ ਝੱਲ ਰਿਹਾ ਸੀ। ਆਖਰ ਸਿੱਖਾਂ ਨੇ ਇੱਕ ਸਲਾਹ ਕੀਤੀ, ਮਸ਼ਵਰਾ ਕੀਤਾ ਤੇ ਕਪੂਰ ਸਿੰਘ ਨੂੰ ਹੁਕਮ ਕਰ ਦਿੱਤਾ। ਪੁੱਛਿਆ ਨਹੀਂ ਗਿਆ ਵੀ ਤੁਹਾਨੂੰ ਨਵਾਬੀ ਚਾਹੀਦੀ ਹੈ, ਨਹੀਂ ਪੁੱਛਿਆ ਨਹੀਂ ਗਿਆ, ਹੁਕਮ ਕਰ ਦਿੱਤਾ ਗਿਆ ਵੀ ਖਾਲਸਾ ਪੰਥ ਭਾਈ ਕਪੂਰ ਸਿੰਘ ਜੀ ਤੁਹਾਨੂੰ ਨਵਾਬ ਬਣਾਇਆ ਜਾਂਦਾ, ਇਹ ਨਵਾਬੀ ਦੀ ਖਿੱਲਤ ਤੁਸੀਂ ਪਹਿਨ ਲਵੋ। ਕਪੂਰ ਸਿੰਘ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਖਾਲਸਾ ਪੰਥ ਦੇ ਅੱਗੇ ਵੀ ਜੇ ਤੁਹਾਡਾ ਹੁਕਮ ਹੈ ਮੈਂ ਇਸ ਹੁਕਮ ਨੂੰ ਮੰਨਦਾ ਹਾਂ, ਲੇਕਿਨ ਜਿਹੜੀ ਇਹ ਨਵਾਬੀ ਦੀ ਖਿੱਲਤ ਹੈ ਨਾ, ਇਸ ਨੂੰ ਗੁਰੂ ਦੇ ਚਰਨਾਂ ਦੇ ਨਾਲ ਸੁਹਾ ਕੇ 5 ਸਿੱਖਾਂ ਦੀ ਜੁੱਤੀ ਦੀ ਨੋਕ ਦੇ ਨਾਲ ਸੁਹਾ ਕੇ ਮੈਨੂੰ ਪਹਿਨਾਈ ਜਾਵੇ ਇਹ ਖਿੱਲਤ, ਤਾਂ ਕਿ ਜਦੋਂ ਮੈਂ ਇਸ ਨੂੰ ਪਹਿਨ ਲਿਆ ਤੇ ਮੇਰੇ ਕੋਲੇ ਨਵਾਬੀ ਦਾ ਅਹੁਦਾ ਆ ਗਿਆ, ਮੇਰੇ ਮਨ ਵਿੱਚ ਹੰਕਾਰ ਨਾ ਪੈਦਾ ਹੋਵੇ, ਮੈਨੂੰ ਯਾਦ ਰਹੇ ਵੀ ਜਿਹੜਾ ਤੇਰੇ ਕੋਲ ਅਹੁਦਾ ਹੈ ਨਾ, ਇਹ ਤਾਂ ਸਿੱਖਾਂ ਨੇ ਜੁੱਤੀ ਦੀ ਨੋਕ ਦੇ ਨਾਲ ਠੁਕਰਾਇਆ ਹੋਇਆ, ਇਹ ਕੋਈ ਬਹੁਤਾ ਵੱਡਾ ਅਹੁਦਾ ਨਹੀਂ। ਤੇ ਅਗਲੀ ਮੇਰੀ ਬੇਨਤੀ ਇਹ ਆ ਵੀ ਇਹ ਗੱਲ ਵੀ ਮੰਨਣੀ ਪਵੇਗੀ, ਜਦੋਂ ਮੈਂ ਨਵਾਬ ਬਣ ਗਿਆ ਬਾਅਦ ਵਿੱਚ ਕਿਸੇ ਨੇ ਮੈਨੂੰ ਸੇਵਾ ਤੋਂ ਨਹੀਂ ਰੋਕਣਾ, ਵੀ ਕਿਤੇ ਤੁਸੀਂ ਕਹੋ ਵੀ ਤੁਸੀਂ ਨਵਾਬ ਹੋ ਜੀ, ਤੁਹਾਨੂੰ ਨਹੀਂ ਸੇਵਾ ਕਰਨੀ ਚਾਹੀਦੀ, ਅਸੀਂ ਕਰਾਂਗੇ, ਇਹ ਨਹੀਂ ਹੋਵੇਗਾ। ਆਖਰ ਇਸ ਕਪੂਰ ਸਿੰਘ ਫੈਜ਼ਲਪੁਰੀਏ ਨੂੰ ਨਵਾਬ ਬਣਾ ਦਿੱਤਾ ਗਿਆ। ਇਹ ਜ਼ਕਰੀਆ ਖਾਨ ਵੱਲੋਂ ਇੱਕ ਚਾਲ ਚੱਲੀ ਸੀ ਵੀ ਸਿੱਖ ਅਹੁਦੇ ਪਿੱਛੇ ਲੜਨਗੇ, ਲੇਕਿਨ ਇੱਥੇ ਤਾਂ ਕੋਈ ਅਹੁਦੇ ਪਿੱਛੇ ਤਾਂ ਲੜਾਈ ਨਹੀਂ ਹੋਈ, ਉਹਦੀ ਤਾਂ ਨਵਾਬੀ ਦਾ ਜਿਹੜਾ ਅਹੁਦਾ ਕੋਈ ਉਸ ਨੂੰ ਨਵਾਬੀ ਦੇ ਅਹੁਦੇ ਨੂੰ ਅਪਣਾਉਣ ਦੇ ਲਈ ਕੋਈ ਸਿੱਖ ਤਿਆਰ ਹੀ ਨਹੀਂ ਹੋਇਆ। ਆਖਰ ਇਹ ਸਮਝੌਤਾ ਹੋ ਗਿਆ, ਸਿੱਖਾਂ ਦੇ ਕੋਲ ਇਹ ਇਲਾਕਾ ਆ ਗਿਆ ਤੇ ਸਰਕਾਰ ਨੇ ਹਮਲੇ ਕਰਨੇ ਬੰਦ ਕਰ ਦਿੱਤੇ, ਸਿੱਖਾਂ ਨੇ ਸਰਕਾਰੀ ਖਜ਼ਾਨੇ ਲੁੱਟਣੇ ਬੰਦ ਕਰ ਦਿੱਤੇ। ਪਰ ਇਹ ਸਮਝੌਤਾ ਸਿਰਫ 4 ਮਹੀਨੇ ਚੱਲਿਆ। 4 ਮਹੀਨਿਆਂ ਬਾਅਦ ਆਖਰ ਜੋ ਇਹ ਸਮਝੌਤਾ ਹੋਇਆ ਸੀ ਇਹ ਟੁੱਟ ਗਿਆ, ਕਿਉਂਕਿ ਲਖਪਤ ਰਾਏ ਜ਼ਕਰੀਆ ਖਾਨ ਦਾ ਵਜ਼ੀਰ ਹੈ, ਜਿਹੜਾ ਛੋਟਾ ਘੱਲੂ ਘਰ ਹੈ, ਉਹ ਇਹ ਲਖਪਤ ਰਾਏ ਦੇ ਆਲੇ ਦੁਆਲੇ ਘੁੰਮਣਾ ਅੱਗੇ ਜਾ ਕੇ। ਇਸ ਨੇ ਵੀ ਬਹੁਤ ਨੁਕਸਾਨ ਕੀਤਾ, ਇਸ ਨੇ ਹਮਲਾ ਕਰ ਦਿੱਤਾ ਸੀ ਸਿੱਖਾਂ ਦੇ ਉੱਪਰ ਅੰਮ੍ਰਿਤਸਰ ਦੇ ਇਲਾਕੇ 'ਚ, ਜਿਸ ਕਰਕੇ ਸਮਝੌਤਾ ਖਤਮ ਹੋ ਗਿਆ। ਅਗਲੀ ਵਿਚਾਰ ਇਤਿਹਾਸ ਦੀ ਲੜੀ ਨੂੰ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਕਿ ਕਿਵੇਂ ਭਾਈ ਮਣੀ ਸਿੰਘ ਜ਼ਕਰੀਆ ਖਾਨ ਦੇ ਨਾਲ ਇੱਕ ਸਮਝੌਤਾ ਕਰਦਾ, ਬਾਅਦ ਦੇ ਵਿੱਚ ਭਾਈ ਮਣੀ ਸਿੰਘ ਜੀ ਨੂੰ ਸ਼ਹੀਦ ਕੀਤਾ ਜਾਂਦਾ ਬੰਦ ਕੱਟ ਕੇ, ਅਤੇ ਹੋਰ ਵੀ ਪਰਿਵਾਰ ਦੇ ਮੈਂਬਰ ਸ਼ਹੀਦ ਕੀਤੇ ਜਾਂਦੇ ਹਨ। ਉਹ ਇਤਿਹਾਸ ਨੂੰ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।